ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਦੀ ਸਿਖਲਾਈ ਲੈ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਵਿੱਚ ਬਹੁਤ-ਬਹੁਤ ਸਵਾਗਤ ਹੈ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 10ਵੀਂ ਜਮਾਤ ਦੀ ਸਾਹਿਤਮਾਲਾ ਪੁਸਤਕ ਵਿੱਚੋਂ ਵਾਰਤਕ ਲੇਖ ਜਿਸ ਦਾ ਨਾਮ ਹੈ ਪ੍ਰਾਰਥਨਾ, ਜਿਸ ਦੇ ਲੇਖਕ ਹਨ ਡਾਕਟਰ ਬਲਬੀਰ ਸਿੰਘ ਜੀ ਜੋ ਕਿ ਭਾਈ ਵੀਰ ਸਿੰਘ ਜੀ ਦੇ ਭਰਾ ਸਨ। ਤੇ ਦੋਸਤੋ, ਇਸ ਲੇਖ ਵਿੱਚ ਇਸ ਪਾਠ ਵਿੱਚ ਲੇਖਕ ਨੇ ਸਾਨੂੰ ਅਰਦਾਸ ਦੇ ਮਹੱਤਵ ਬਾਰੇ ਦੱਸਿਆ ਤੇ ਸ਼ੁਰੂ ਵਿੱਚ ਲੇਖਕ ਇਹ ਲਿਖਦੇ ਹਨ ਕਿ ਬੰਦੇ ਲਈ ਅਰਦਾਸ ਬਹੁਤ ਜ਼ਰੂਰੀ ਹੈ। ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਵੱਡੇ ਰਾਠ ਮਨੁੱਖ ਲਈ, ਵੱਡੇ ਤੋਂ ਵੱਡੇ ਮਨੁੱਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ। ਤੇ ਸਭ ਤੋਂ ਸਿਆਣਾ ਆਦਮੀ ਕੌਣ ਗਿਣਿਆ ਗਿਆ? ਸੁਕਰਾਤ, ਜਿਸ ਨੂੰ ਅਸੀਂ ਸੋਕਰੇਟਿਸ ਦੇ ਨਾਂ ਤੋਂ ਵੀ ਜਾਣਦੇ ਹਾਂ। ਉਹ ਮੌਤ ਤੋਂ ਬੇਪਰਵਾਹ ਸੀ ਤੇ ਉਸਨੇ ਜ਼ਹਿਰ ਦਾ ਪਿਆਲਾ ਵੀ ਸ਼ਰਬਤ ਵਾਂਗ ਪੀ ਲਿਆ ਸੀ ਤੇ ਉਹ ਵੀ ਅਰਦਾਸ ਦਾ ਕਾਇਲ ਸੀ। ਇੱਕ ਥਾਂ ਉਸਨੇ ਕਿਹਾ, ਉਹ ਪਿਆਰੇ ਭੈਣ ਦੇਵਤਾ ਅਤੇ ਇਸ ਥਾਂ ਦੇ ਹੋਰ ਸਾਰੇ ਦੇਵਤਿਓ, ਮੇਰੀ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਅਤੇ ਮੇਰੀਆਂ ਸਾਰੀਆਂ ਬਾਹਰਲੀਆਂ ਅਵਸਥਾ ਇਸ ਅੰਦਰਲੇ ਜੀਵ ਆਤਮਾ ਦੇ ਨਾਲ ਇਕਸੁਰ ਹੋ ਜਾਣ। ਤੇ ਹੁਣ ਸਵਾਲ ਉੱਠਦਾ ਕਿ ਅਰਦਾਸ ਦੀ ਲੋੜ ਜਾਂ ਅਰਦਾਸ ਦੀ ਜ਼ਰੂਰਤ ਕਦੋਂ ਪੈਂਦੀ ਹੈ? ਤੇ ਇਸ ਦਾ ਉੱਤਰ ਹੈ ਕਿ ਅਰਦਾਸ ਦੀ ਜ਼ਰੂਰਤ ਹਰ ਸੰਸਾਰਿਕ ਮੌਕੇ ਉੱਪਰ ਹੈ। ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਜੰਗ ਵੇਲੇ ਕੋਈ ਮੌਕਾ ਅਜਿਹਾ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਏ। ਤੇ ਇਸ ਤੋਂ ਬਾਅਦ ਗੱਲ ਕੀਤੀ ਗਈ ਹੈ ਖਾਲਸਾ ਟਰੈਕਟ ਸੁਸਾਇਟੀ ਦੀ। ਤੇ ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ 1893 ਈਸਵੀ ਵਿੱਚ ਬਚਦਾ ਹੈ, ਜਿਸ ਦਾ ਅਰਥ ਹੈ ਕਿ ਖਾਲਸਾ ਟਰੈਕਟ ਸੁਸਾਇਟੀ ਦੀ ਸ਼ੁਰੂਆਤ 1893 ਈਸਵੀ ਵਿੱਚ ਹੋਈ ਸੀ ਤੇ ਇਹ ਭਾਈ ਵੀਰ ਸਿੰਘ ਜੀ ਦੇ ਪ੍ਰਯਤਨ ਦਾ ਸਿੱਟਾ ਹੈ। ਭਾਈ ਵੀਰ ਸਿੰਘ ਜੀ ਦੀ ਕੋਸ਼ਿਸ਼ਾਂ ਦਾ ਸਿੱਟਾ ਹੈ। ਤੇ ਹੁਣ ਜਿਸ ਦਾ ਜਿਹੜਾ ਪਹਿਲਾ ਟਰੈਕਟ ਛਪਿਆ ਉਸ ਦਾ ਨਾਮ ਹੈ ਪ੍ਰਾਰਥਨਾ। ਤੇ ਟਰੈਕਟ ਕੀ ਹੁੰਦਾ ਹੈ? ਜਿਹੜੀਆਂ ਛੋਟੀਆਂ ਪੁਸਤਕਾਂ ਹੁੰਦੀਆਂ ਹਨ ਜਿਹੜੀਆਂ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਵੇਖਦੇ ਹਾਂ ਤੇ ਉਹਨਾਂ ਛੋਟੀਆਂ ਪੁਸਤਕਾਂ ਨੂੰ ਟਰੈਕਟ ਉਹ ਕਿਹਾ ਜਾਂਦਾ ਹੈ। ਤੇ ਖਾਲਸਾ ਟਰੈਕਟ ਸੁਸਾਇਟੀ ਦਾ ਜਿਹੜਾ ਪਹਿਲਾ ਟਰੈਕਟ ਛਪਿਆ ਉਸ ਦਾ ਨਾਮ ਹੈ ਪ੍ਰਾਰਥਨਾ। ਤੇ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ ਕਿ ਅਰਦਾਸ ਦੀ ਜ਼ਰੂਰਤ ਹੈ ਤਾਂ ਦਰਸਾਈ ਹੀ ਗਈ ਹੈ, ਪਰ ਸੰਕੇਤਿਕ ਤੌਰ ਤੇ ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਹੈ ਅਰਦਾਸ ਤੋਂ ਹੋਣਾ ਚਾਹੀਦਾ, ਕਿਸੇ ਵੀ ਕੰਮ ਦੀ ਸ਼ੁਰੂਆਤ ਹੈ ਉਹ ਅਰਦਾਸ ਤੋਂ ਹੋਣੀ ਚਾਹੀਦੀ ਹੈ। ਤੇ ਹੁਣ ਪੜ੍ਹੇ ਲਿਖੇ ਨੌਜਵਾਨ ਪੁੱਛਦੇ ਹਨ ਕਿ ਅਰਦਾਸ ਸੁਣੀ ਵੀ ਜਾਂਦੀ ਹੈ, ਕਿ ਅਰਦਾਸ ਦਾ ਉੱਤਰ ਮਿਲਦਾ ਵੀ ਹੈ ਕਿ ਨਹੀਂ? ਤੇ ਇਸ ਦੇ ਬਾਰੇ ਪ੍ਰਸਿੱਧ ਲੇਖਕ ਆਸਕਰ ਵਾਈਲਡ ਜੀ ਲਿਖਦੇ ਹਨ ਕਿ ਅਰਦਾਸ ਦਾ ਉੱਤਰ ਤਾਂ ਮਿਲਣਾ ਹੀ ਨਹੀਂ ਚਾਹੀਦਾ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਉਹ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ। ਖਤੋ ਕਿਤਾਬਤ ਦਾ ਅਰਥ ਹੁੰਦਾ ਹੈ ਗੱਲਬਾਤ ਕਰਨਾ, ਚਿੱਠੀਆਂ ਲਿਖਣਾ, ਤੇ ਇਸ ਦਾ ਸਿਲਸਿਲਾ ਬਣ ਜਾਂਦਾ। ਤੇ ਉਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਸਿੱਖ ਧਰਮ ਵਿੱਚ ਅਰਦਾਸ ਦਾ ਕੀ ਮਹੱਤਵ ਹੈ। ਸਿੱਖ ਧਰਮ ਵਿੱਚ ਅਰਦਾਸ ਦਾ ਬਹੁਤ ਮਹੱਤਵ ਹੈ। ਸਿੱਖ ਲਈ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ। ਚੜ੍ਹਦੀ ਕਲਾ ਦਾ ਅਰਥ ਹੁੰਦਾ ਹਮੇਸ਼ਾ ਹੌਸਲੇ ਤੇ ਉਤਸ਼ਾਹ ਵਿੱਚ ਰਹਿਣਾ। ਤੇ ਸਹਿਜ ਸੁਭਾਅ ਨਾਲ ਕੀਤੀ ਅਰਦਾਸ ਸਾਡੇ ਛੋਟੇ ਔਗੁਣਾਂ ਨੂੰ ਦੂਰ ਕਰ ਦਿੰਦੀ ਹੈ ਤੇ ਸਾਨੂੰ ਸਰਬੱਤ ਦੇ ਭਲੇ ਵਿੱਚ ਲੀਨ ਕਰ ਦਿੰਦੀ ਹੈ। ਕਿਉਂ ਕਰਦੀ ਹੈ? ਕਿਉਂਕਿ ਅਸੀਂ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਸਰਬੱਤ ਦੇ ਭਲੇ ਦਾ ਭਾਵ ਆਉਂਦਿਆਂ ਹੀ ਸਾਡੇ ਵਿਕਾਰ ਜਿਵੇਂ ਨਕਾਰਾਪਣ, ਕਮੀਨਾਪਣ, ਛੁੱਟਦਿਲਪਣ, ਵੱਖਰਾਪਣ ਇਹ ਦੂਰ ਹੋ ਜਾਂਦੇ ਹਨ। ਐਸੇ ਦਾ ਨਾਂ ਚੜ੍ਹਦੀ ਕਲਾ ਹੈ ਅਤੇ ਇਸ ਅਵਸਥਾ ਦੀ ਪੂਰਨਤਾ ਹੀ ਅਰਦਾਸ ਦੀ ਕਰਾਮਾਤ ਹੈ। ਤੇ ਹੁਣ ਇੱਕ 1 ਮਾਰਕ ਕੁਐਸਚਨ ਬਣਦਾ ਹੈ ਕਿ ਸਿੱਖਾਂ ਦੀ ਅਰਦਾਸ ਨਿਰਾਲੀ ਕਿਉਂ ਹੈ? ਤੇ ਇਸ ਦਾ ਉੱਤਰ ਹੈ ਕਿਉਂਕਿ ਇਸ ਵਿੱਚ ਸਰਬੱਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਹੈ। ਤੇ ਪੰਜਾਬ ਦੇ ਮਹਾਬਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਵੀ ਅਰਦਾਸ ਕਰਦੇ ਸਨ। ਤੇ ਇਸ ਤੋਂ ਬਾਅਦ ਸਾਨੂੰ ਇੱਕ ਕਿੱਸਾ ਦੱਸਿਆ ਗਿਆ ਤੇ ਕੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਵੱਡਾ ਸਰਦਾਰ ਜੋ ਇੱਕ ਤਾੜਵੀ ਸੀ, ਤਾੜਵੀ ਦਾ ਅਰਥ ਹੁੰਦਾ ਡਾਕੂ, ਤੇ ਪਹਿਲਾਂ ਉਹ ਡਾਕੂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਸਰਦਾਰ ਬਣਾਇਆ ਤੇ ਬਾਅਦ ਵਿੱਚ ਉਹ ਬਾਗੀ ਹੋ ਗਿਆ। ਤੇ ਪਹਿਲਾਂ ਡਾਕੂ ਸੀ, ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਸਰਦਾਰ ਬਣਾਇਆ ਤੇ ਬਾਅਦ ਵਿੱਚ ਉਹ ਬਾਗੀ ਹੋ ਗਿਆ। ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਬੜੀ ਮੁਸ਼ਕਿਲ ਨਾਲ ਜਿੱਤਿਆ ਤੇ ਉਸ ਨੂੰ ਰੋਹਤਾਸ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਤੇ ਕੈਦ ਵਿੱਚ ਉਹ ਪਰਮੇਸ਼ਰ ਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਤੇ ਜੋ ਵੀ ਮੂੰਹ ਵਿੱਚ ਆਉਂਦਾ ਉਹ ਬਕਦਾ ਰਹਿੰਦਾ। ਤੇ ਜਦੋਂ ਕੋਈ ਸਰਕਾਰੀ ਨੌਕਰ ਉਸ ਨੂੰ ਅੰਨ ਪਾਣੀ ਦੇਣ ਆਉਂਦਾ, ਰੋਟੀ ਦੇਣ ਆਉਂਦਾ, ਤਾਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹਜ਼ਾਰ ਗਾਲ ਇੱਕੋ ਸਾਹ ਸੁਣਾਉਂਦਾ ਤੇ ਕਿਲੇ ਦੀਆਂ ਕੰਧਾਂ ਉਸ ਨੂੰ ਖਾਣ ਨੂੰ ਪੈਂਦੀਆਂ। ਤੇ ਹੋਇਆ ਕਿ ਇੱਕ ਦਿਨ ਉਸਦੇ ਹੱਥ ਇੱਕ ਪੋਥੀ ਲੱਗੀ ਤੇ ਪੋਥੀ ਵਿੱਚ ਉਸਨੇ ਪੜ੍ਹਿਆ, ਸਦ ਬਖਸ਼ਣ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਤੇ ਇਸ ਦਾ ਅਰਥ ਹੈ ਕਿ ਪਰਮਾਤਮਾ ਸਦਾ ਬਖਸ਼ ਦਿੰਦਾ ਹੈ, ਸਦਾ ਮਿਹਰਬਾਨ ਹੈ, ਸਾਰਿਆਂ ਨੂੰ ਆਧਾਰ ਦਿੰਦਾ ਹੈ। ਤੇ ਉਸਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਪਰਮੇਸ਼ਰ, ਜਿਸ ਨੂੰ ਮੈਂ ਇੱਕ ਡਰਾਉਣਾ ਭੂਤ ਸਮਝਦਾ ਸੀ, ਕਿੰਨਾ ਕਿਰਪਾਲੂ ਹੈ, ਹਮੇਸ਼ਾ ਬਖਸ਼ ਦਿੰਦਾ ਹੈ, ਸਾਰਿਆਂ ਨੂੰ ਆਸਰਾ ਦਿੰਦਾ ਹੈ, ਕਿ ਮੈਂ ਉਸਦੀ ਛਾਂ ਹੇਠ ਨਹੀਂ ਆ ਸਕਦਾ। ਤੇ ਉਹ ਪ੍ਰਾਰਥਨਾ ਕਰਨ ਲੱਗਾ, ਅਰਦਾਸ ਕਰਨ ਲੱਗਾ। ਕੀ ਅਰਦਾਸ ਕਰਨ ਲੱਗਾ? ਹੇ ਅਕਾਲ ਪੁਰਖ, ਮੈਂ ਆਪਣੀ ਜਵਾਨੀ ਵਿੱਚ ਕਈ ਬੇਦੋਸ਼ ਮਾਰੇ, ਕਈ ਇਸਤਰੀਆਂ ਨੂੰ ਵਿਧਵਾ ਕੀਤਾ ਤੇ ਕਈ ਬਾਲ ਅਨਾਥ ਕੀਤੇ, ਕਈ ਬੱਚਿਆਂ ਨੂੰ ਅਨਾਥ ਕੀਤਾ ਤੇ ਤੇਰੀ ਸ੍ਰਿਸ਼ਟੀ ਨੂੰ ਦੁੱਖ ਦਿੱਤਾ। ਤੇ ਛੇਕੜ ਦਾ ਅਰਥ ਹੁੰਦਾ ਆਖਰ ਪਾਤਸ਼ਾਹ ਦਾ, ਮਹਾਰਾਜਾ ਰਣਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਮੈਨੂੰ ਤਾੜਵੀ ਤੋਂ ਸਰਦਾਰ ਬਣਾਇਆ, ਜਿਨ੍ਹਾਂ ਨੇ ਮੈਨੂੰ ਡਾਕੂ ਤੋਂ ਸਰਦਾਰ ਬਣਾਇਆ, ਮੈਂ ਉਹਨਾਂ ਦਾ ਦੁਸ਼ਮਣ ਹੋ ਗਿਆ। ਹੇ ਪਿਤਾ, ਮੇਰੇ ਤੋਂ ਵੱਧ ਪਾਪੀ ਕੋਈ ਨਹੀਂ, ਮੈਂ ਕੁੰਭੀ ਨਰਕ ਦੇ ਯੋਗ ਹਾਂ, ਪਰ ਆਪ ਬਖਸ਼ਣ ਦੋ, ਬਖਸ਼ਣਹਾਰੋ, ਮੈਨੂੰ ਵੀ ਬਖਸ਼ੋ। ਤੇ ਉਹ ਰੱਬ ਅੱਗੇ ਹੈ ਅਰਦਾਸ ਕਰਨ ਲੱਗਾ। ਫਿਰ ਉਸਨੇ ਪੋਥੀ ਵਿੱਚ ਸ਼ਬਦ ਪੜ੍ਹਿਆ। ਕਿਹੜਾ ਸ਼ਬਦ ਪੜ੍ਹਿਆ? ਜਾ ਕੋ ਮੁਸ਼ਕਲ ਅਤ ਬਣੇ ਟੋਈ ਕੋਈ ਨਾ ਦੇ,
ਜਿਸ ਦਾ ਅਰਥ ਹੈ ਕਿ ਜਿਸ ਨੂੰ ਮੁਸ਼ਕਿਲ ਆ ਜਾਵੇ ਤੇ ਕੋਈ ਵੀ ਸਾਥ ਨਾ ਦੇਵੇ। ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਕਿ ਉਸ ਤੇ ਦੁਸ਼ਮਣ ਹਾਵੀ ਹੋ ਜਾਣ ਤੇ ਸਾਥੀ ਅਤੇ ਰਿਸ਼ਤੇਦਾਰ ਵੀ ਭੱਜ ਜਾਣ। ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਜਦੋਂ ਸਾਰੇ ਹੀ ਆਸਰੇ ਛੁੱਟ ਜਾਣ। ਚਿਤ ਆਵੇ ਉਸ ਪਾਰਬ੍ਰਹਮ ਲਗੇ ਨਾ ਤੱਤੀ ਵਾਓ, ਤੇ ਜਦੋਂ ਉਹ ਮਨੁੱਖ ਪਰਮੇਸ਼ਰ ਨੂੰ ਪਰਮਾਤਮਾ ਨੂੰ ਯਾਦ ਕਰਦਾ, ਚੇਤੇ ਕਰਦਾ, ਤਾਂ ਉਸ ਨੂੰ ਤੱਤੀ ਵਾਓ ਵੀ ਨਹੀਂ ਲੱਗਦੀ, ਉਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ। ਤੇ ਹੁਣ ਅਰਦਾਸ ਕਰਨ ਨਾਲ ਤੇ ਸ਼ਬਦ ਪੜ੍ਹਨ ਨਾਲ ਕੀ ਹੋਇਆ? ਜਿਹੜਾ ਉਸ ਕੈਦੀ ਦਾ ਮਨ ਹੈ ਉਹ ਸ਼ਾਂਤ ਹੋ ਗਿਆ, ਉਹ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰਨ ਲੱਗਾ। ਉਹ ਗ੍ਰੰਥੀ ਨੂੰ ਸਦਵਾ ਕੇ ਸ਼ਬਦਾਂ ਦੇ ਅਰਥ ਸਮਝਣ ਲੱਗਾ ਤੇ ਮਿੱਠਾ ਬੋਲਣ ਲੱਗਾ। ਤੇ ਹੁਣ ਉਸ ਦੀ ਅਰਦਾਸ ਪ੍ਰਵਾਨ ਹੋਣ ਦਾ ਸਮਾਂ ਆ ਗਿਆ। ਤੇ ਪਰਮਾਤਮਾ ਨੇ ਕੀ ਖੇਡ ਰਚਾਇਆ? ਤੇ ਪਰਮਾਤਮਾ ਨੇ ਇਹ ਖੇਡ ਰਚਾਇਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰੀ ਰੋਹਤਾਸ ਆਏ ਤੇ ਰਾਤੀ ਉਹ ਢਿੱਲੇ ਹੋ ਗਏ ਤੇ ਅੱਧੀ ਰਾਤ ਤੱਕ ਉਹਨਾਂ ਨੂੰ ਨੀਂਦ ਨਾ ਆਈ। ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ ਤੇ ਉਹਨਾਂ ਨੂੰ ਝਟ ਨੀਂਦ ਆ ਗਈ। ਤੇ ਸਵੇਰੇ ਉੱਠ ਕੇ ਵਾਹਿਗੁਰੂ ਦੇ ਧੰਨਵਾਦ ਵਜੋਂ ਉਹਨਾਂ ਨੇ ਕਿਸੇ ਭਾਰੀ ਕੈਦੀ ਨੂੰ ਛੱਡਣ ਦਾ ਮਨ ਬਣਾਇਆ। ਤੇ ਉਸ ਤੋਂ ਬਾਅਦ ਉਹਨਾਂ ਨੇ ਵਜ਼ੀਰ ਧਿਆਨ ਸਿੰਘ ਨਾਲ ਸਲਾਹ ਕੀਤੀ ਤੇ ਉਸ ਤਾੜਵੇ ਦੀ, ਉਸ ਕੈਦੀ ਦੀ ਸਜ਼ਾ ਮਾਫ ਕਰਨ ਦਾ ਫੈਸਲਾ ਕੀਤਾ। ਤੇ ਉਸ ਕੈਦੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਤੇ ਜਦੋਂ ਉਸ ਕੈਦੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਪੁੱਛਿਆ, ਕਿਉਂ ਭਈ ਅਜੇ ਸਿੱਧਾ ਹੋਇਆ ਕਿ ਨਹੀਂ? ਤੇ ਉਸ ਕੈਦੀ ਨੇ ਕਿਹਾ, ਤੇ ਉਸ ਕੈਦੀ ਨੇ ਕੀ ਕਿਹਾ? ਉਸ ਕੈਦੀ ਨੇ ਕਿਹਾ ਕਿ ਮਹਾਰਾਜ, ਆਪ ਜੀ ਦੀ ਕਿਰਪਾ ਨਾਲ ਮੈਂ ਤਾੜਵੀ ਤੋਂ, ਡਾਕੂ ਤੋਂ ਸਰਦਾਰ ਬਣਿਆ ਤੇ ਆਪ ਜੀ ਦੀ ਕੈਦ ਵਿੱਚ ਰਹਿ ਕੇ ਮੈਂ ਪਰਮੇਸ਼ਰ ਦੇ ਪ੍ਰੇਮ ਤੋਂ ਜਾਣੂ ਹੋਇਆ ਤੇ ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ ਤੇ ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੈ। ਇਸ ਕੈਦ ਤੋਂ ਪਰਮਾਤਮਾ ਦੀ ਬੇਅੰਤ ਕਿਰਪਾ ਨਾਲ ਹੀ ਮੇਰੀ ਰਿਹਾਈ ਹੋਈ ਹੈ ਤੇ ਪਰਮਾਤਮਾ ਨੇ ਹੀ ਮੈਨੂੰ ਇਸ ਮਹਾਭੋਜਲ ਤੋਂ, ਮਹਾਭੋਜਲ ਦਾ ਅਰਥ ਹੁੰਦਾ ਹੈ ਭਵਜਲ, ਜਿਸ ਦਾ ਅਰਥ ਹੁੰਦਾ ਸੰਸਾਰ ਸਮੁੰਦਰ, ਕਿ ਪਰਮਾਤਮਾ ਨੇ ਹੀ ਮੈਨੂੰ ਇਸ ਮਹਾਭੋਜਲ ਤੋਂ, ਸੰਸਾਰ ਸਮੁੰਦਰ ਤੋਂ ਛੁਟਕਾਰਾ ਬਖਸ਼ਣਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਜੀ ਉਸ ਦੀ ਗੱਲਾਂ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਉਸ ਨੂੰ ਸਰਦਾਰੀ ਦੇਣ ਲੱਗੇ, ਪਰ ਉਸਨੇ ਮਨਾ ਕਰ ਦਿੱਤਾ। ਤੇ ਇਸ ਤੋਂ ਬਾਅਦ ਲੇਖਕ ਸਾਨੂੰ ਇਹ ਕਹਿੰਦੇ ਹਨ ਕਿ ਕਿਸੇ ਮਨਮੁਖ ਦੀ ਗੱਲ ਦਾ ਵਿਸ਼ਵਾਸ ਨਾ ਕਰੋ। ਮਨਮੁਖ ਹੁੰਦਾ ਜਿਹੜਾ ਬੰਦਾ ਰੱਬ ਤੇ ਵਿਸ਼ਵਾਸ ਨਹੀਂ ਕਰਦਾ, ਤੇ ਉਸ ਦੀ ਗੱਲ ਦਾ ਵਿਸ਼ਵਾਸ ਨਾ ਕਰੋ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ। ਤੇ ਇਸ ਗੱਲ ਨੂੰ ਸਦਾ ਯਾਦ ਰੱਖੋ ਕਿ ਰੱਬ ਸਾਡਾ ਦਿਆਲੂ ਪਿਤਾ ਹੈ ਤੇ ਅਸੀਂ ਭੁੱਲਣਹਾਰ ਪੁੱਤਰ ਹਾਂ। ਤੇ ਇਸ ਤੋਂ ਬਾਅਦ ਲਿਖਿਆ, ਜੈਸਾ ਬਾਲਕ ਪਾਏ ਸੁਬਾਈ ਲੱਖ ਅਪਰਾਧ ਕਮਾਵੇ, ਜਿਵੇਂ ਕੋਈ ਬਾਲਕ ਜਾਂ ਪੁੱਤਰ ਹੈ ਉਹ ਲੱਖਾਂ ਪਾਪ ਕਰਦਾ, ਕਰ ਉਪਦੇਸ਼ ਝਿੜਕੇ ਬਹੁ ਪਾਤੀ ਬੋਹੜ ਪਿਤਾ ਗੱਲ ਲਾਵੇ। ਪਿਤਾ ਰੂਪੀ ਪਰਮੇਸ਼ਰ ਉਸ ਨੂੰ ਗੁੱਸੇ ਵੀ ਹੁੰਦਾ ਹੈ ਤੇ ਉਸ ਨੂੰ ਆਪਣੇ ਗੱਲ ਨਾਲ ਵੀ ਲਾਉਂਦਾ ਹੈ। ਤੇ ਫਿਰ ਕਿਹਾ ਗਿਆ ਕਿ ਪਰਮੇਸ਼ਰ ਸਾਨੂੰ ਪ੍ਰੇਮ ਕਰਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਕੁੰਜੀ ਵੀ ਪਰਮੇਸ਼ਰ ਨਾਲ ਪ੍ਰੇਮ ਕਰਨਾ ਹੀ ਹੈ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਾਕ ਹੈ, ਸਾਚ ਕਹੋ ਸੁਨ ਲੇਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਇਸ ਦਾ ਅਰਥ ਹੈ ਕਿ ਮੈਂ ਸੱਚ ਕਹਿ ਰਿਹਾ ਹਾਂ, ਸਾਰੇ ਹੀ ਸੁਣ ਲਓ, ਜੋ ਰੱਬ ਨਾਲ ਪ੍ਰੇਮ ਕਰਦਾ ਹੈ ਉਹੀ ਰੱਬ ਨੂੰ ਪਾ ਸਕਦਾ ਹੈ। ਤੇ ਇਸ ਤੋਂ ਬਾਅਦ ਅੰਤ ਵਿੱਚ ਲੇਖਕ ਇਹ ਲਿਖਦੇ ਹਨ ਕਿ ਇਹ ਦੁਨੀਆ ਥੋੜੇ ਦਿਨ ਹੀ ਹੈ, ਅੰਤ ਵਿੱਚ ਸਾਰਿਆਂ ਨੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਣਾ, ਜਿੱਥੇ ਸਾਡੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ। ਜਾਂ ਤਾਂ ਸਾਨੂੰ ਸਦਾ ਦੀ ਖੁਸ਼ੀ ਮਿਲਣੀ ਹੈ ਜਾਂ 84 ਲੱਖ ਜੂਨਾਂ ਦਾ ਨਰਕ ਮਿਲਣਾ ਹੈ। ਤੇ ਭਲਾ ਇਸ ਵਿੱਚ ਹੀ ਹੈ ਕਿ ਉਸ ਪਾਪੀ ਵਾਂਗ, ਉਸ ਤਾੜਵੀ ਵਾਂਗ, ਉਸ ਡਾਕੂ ਵਾਂਗ ਐਸੇ ਜਨਮ ਵਿੱਚ ਹੀ ਆਪਣੇ ਪਾਪ ਪਰਮਾਤਮਾ ਤੋਂ ਬਖਸ਼ਾ ਲਈਏ ਤੇ ਭਜਨ ਰੂਪੀ ਖੇਪ ਲੱਦ ਲਈਏ। ਤੇ ਖੇਪ ਕੀ ਹੁੰਦਾ ਹੈ? ਖੇਪ ਹੁੰਦਾ ਇੱਕ ਥਾਂ ਤੋਂ ਦੂਜੀ ਥਾਂ ਲੱਦ ਕੇ ਲੈ ਜਾਣ ਵਾਲਾ ਸਮਾਨ। ਤੇ ਜਦੋਂ ਅਸੀਂ ਇਸ ਥਾਂ ਤੋਂ ਦੂਜੇ ਥਾਂ ਜਾਵਾਂਗੇ, ਇਸ ਦੁਨੀਆ ਤੋਂ ਰੱਬ ਦੀ ਦਰਗਾਹ ਵਿੱਚ ਜਾਵਾਂਗੇ, ਦੂਜੀ ਦੁਨੀਆ ਵਿੱਚ ਜਾਵਾਂਗੇ, ਤੇ ਆਪਣੇ ਨਾਲ ਕੀ ਲੈ ਜਾਵਾਂਗੇ? ਕੋਈ ਰੁਪਈਆ, ਪੈਸਾ, ਧਨ ਦੌਲਤ ਲੈ ਕੇ ਨਹੀਂ ਜਾਵਾਂਗੇ, ਤੇ ਅਸੀਂ ਲੈ ਕੇ ਜਾਵਾਂਗੇ ਨਾਮ ਸਿਮਰਨ, ਭਜਨ ਰੂਪੀ ਖੇਪ। ਜੋ ਅਸੀਂ ਨਾਮ ਸਿਮਰਨ ਕੀਤਾ ਹੋਏਗਾ, ਜੋ ਵੀ ਅਸੀਂ ਬਾਣੀ ਪੜ੍ਹੀ ਹੋਏਗੀ, ਉਹੀ ਸਾਡੇ ਨਾਲ ਜਾਏਗਾ। ਤੇ ਸਾਨੂੰ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਜਗਤ ਵਿੱਚ ਆਪਣਾ ਵਿਹਾਰ ਹੈ ਸ਼ੁੱਧ ਰੱਖਣਾ ਚਾਹੀਦਾ ਹੈ, ਮਨ ਕਰਤਾਰ ਵੱਲ, ਪਰਮਾਤਮਾ ਵੱਲ ਲਾਉਣਾ ਚਾਹੀਦਾ ਹੈ ਤੇ ਸਦਾ ਹੀ ਪ੍ਰਾਰਥਨਾ ਅਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਤੇ ਦੋਸਤੋ, ਇਹ ਸੀਗਾ ਪਾਠ ਪ੍ਰਾਰਥਨਾ। ਮੈਨੂੰ ਪੂਰੀ ਉਮੀਦ ਹੈ ਕਿ ਜਿੰਨੀ ਖੁਸ਼ੀ, ਜਿੰਨਾ ਆਨੰਦ ਸਾਨੂੰ ਇਹ ਪਾਠ ਪੜ੍ਹਾ ਕੇ ਆਇਆ ਆਪ ਸਾਰਿਆਂ ਨੂੰ, ਉਨੀ ਹੀ ਖੁਸ਼ੀ, ਉਨਾ ਹੀ ਆਨੰਦ ਆਪ ਸਾਰਿਆਂ ਨੂੰ ਇਹ ਪਾਠ ਸੁਣ ਕੇ, ਇਹ ਪਾਠ ਪੜ੍ਹ ਕੇ ਆਇਆ ਹੋਏਗਾ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਨੇ ਆ ਤਾਂ ਅਸੀਂ ਉਸ ਦੀ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ ਹੋਏਗਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।